ਡਾਕਟਰ ਜੋਸੈਫ ਮਰਫੀ ਦਾ ਅਗਲਾ ਲੇਖ ਹੈ ਪੁਰਾਤਨ ਕਾਲ ਵਿੱਚ ਮਾਨਸਿਕ ਉਪਚਾਰ। ਜੁਗੋ ਜੁਗਾਂ ਤੋਂ ਹਰ ਮਹਾਂਦੀਪ, ਪਰਿਵੇਸ਼ ਤੇ ਸੰਸਕ੍ਰਿਤੀ ਦੇ ਲੋਕ ਜਾਣਦੇ ਸਨ ਕਿ ਕਿਤੇ ਨਾ ਕਿਤੇ ਇੱਕ ਉਪਚਾਰਕ ਸ਼ਕਤੀ ਹੈ ਜਿਹੜੀ ਵਿਅਕਤੀ ਦੀ ਸਰੀਰਕ ਸਮਰਥਾਵਾਂ ਨੂੰ ਦੁਬਾਰਾ ਮੋੜ ਸਕਦੀ ਹੈ ਤੇ ਬਿਮਾਰੀ ਨੂੰ ਠੀਕ ਵੀ ਕਰ ਸਕਦੀ ਹੈ। ਉਹ ਮੰਨਦੇ ਸਨ ਕਿ ਰਹੱਸਮਈ ਸ਼ਕਤੀ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਜਾਗਰਤ ਕੀਤੀ ਜਾ ਸਕਦੀ ਹੈ ਤੇ ਇਹਨੂੰ ਸਹੀ ਤਰੀਕੇ ਨਾਲ ਜਾਗਰਤ ਕਰਨ ਤੇ ਮਾਨਵੀ ਸੰਤਾਪ ਘੱਟ ਹੋ ਜਾਂਦੇ ਹਨ। ਸਾਰੇ ਦੇਸ਼ਾਂ ਦਾ ਇਤਿਹਾਸ ਇਸ ਵਿਸ਼ਵਾਸ ਦੀ ਗਵਾਹੀ ਭਰਦਾ ਹੈ। ਦੁਨੀਆ ਦੇ ਸ਼ੁਰੂਆਤੀ ਇਤਿਹਾਸ 'ਚ ਮਨੁੱਖਾਂ ਨੂੰ ਭਲੇ ਜਾਂ ਬੁਰੇ ਦੇ ਗੁਪਤ ਤਰੀਕੇ ਨਾਲ ਪ੍ਰਭਾਵਿਤ ਕਰਨ ਦਾ ਗਿਆਨ, ਜਿਸ 'ਚ ਬਿਮਾਰੀ ਦਾ ਉਪਚਾਰ ਵੀ ਸ਼ਾਮਲ ਸੀ, ਪੁਜਾਰੀਆਂ ਤੇ ਧਰਮ ਗੁਰੂਆਂ ਤੱਕ ਹੀ ਸੀਮਤ ਸੀ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਈਸ਼ਵਰ ਨੇ ਉਹਨਾਂ ਨੂੰ ਕੁਝ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਹਨ ਜਿਨ੍ਹਾਂ 'ਚ ਉਪਚਾਰਕ ਸ਼ਕਤੀ ਵੀ ਸ਼ਾਮਲ ਸੀ। ਉਪਚਾਰ ਦੇ ਤਰੀਕੇ ਤੇ ਕਰਮਕਾਂਡ ਦੁਨੀਆ ਭਰ 'ਚ ਵੱਖ-ਵੱਖ ਸਨ, ਲੇਕਿਨ ਆਮ ਤੌਰ ਤੇ ਉਹਨਾਂ 'ਚ ਈਸ਼ਵਰ ਦੀ ਅਰਾਧਨਾ ਤੇ ਚੜਾਵਾ ਚਾੜਨਾ ਸ਼ਾਮਲ ਹੁੰਦਾ ਸੀ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੀਆਂ ਧਾਰਮਿਕ ਰੀਤਾਂ ਤੇ ਕਰਮਕਾਂਡ ਵੀ ਕੀਤੇ ਜਾਂਦੇ ਸਨ, ਜਿਵੇਂ ਹੱਥ ਉੱਤੇ ਹੱਥ ਰੱਖਣਾ, ਮੰਤਰਾਂ ਦਾ ਪ੍ਰਯੋਗ, ਤਵੀਜ਼ਾਂ, ਜੰਤਰ, ਅੰਗੂਠੀਆਂ, ਸਮ੍ਰਿਤੀ ਚਿੰਨ੍ਹਾਂ ਤੇ ਤਸਵੀਰਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਸੀ। ਉਦਾਹਰਨ ਲਈ ਪ੍ਰਾਚੀਨ ਮੰਦਰਾਂ 'ਚ ਪੁਜਾਰੀ ਰੋਗੀਆਂ ਨੂੰ ਨਸ਼ੀਲਾ ਪਦਾਰਥ ਖਿਲਾਉਂਦੇ ਸਨ, ਉਹਨਾਂ ਦੇ ਬੇਸੁਰਤ ਹੋ ਜਾਣ ਤੇ ਸੰਮੋਹਨ ਦੇ ਸੁਝਾਅ ਦਿੰਦੇ ਸਨ। ਮਰੀਜ਼ਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਕਿ ਉਹਨਾਂ ਨੂੰ ਨੀਂਦਰ 'ਚ ਈਸ਼ਵਰ ਦਿਖਾਈ ਦੇਣਗੇ ਤੇ ਉਹਨਾਂ ਦਾ ਉਪਚਾਰ ਹੋ ਜਾਏਗਾ। ਇਸ ਤਰ੍ਹਾਂ ਬਹੁਤ ਸਾਰੇ ਰੋਗੀ ਸਿਹਤਮੰਦ ਵੀ ਹੋਏ। ਹੀਕੈਟ ਦੇ ਭਗਤਾਂ ਨੂੰ ਕਿਹਾ ਗਿਆ ਕਿ ਉਹ ਰਾਲ, ਲੁਭਾਨ ਤੇ ਗੰਧਰਸ ਨੂੰ ਕੋੜ ਕਿਲਿਆਂ ਨਾਲ ਮਿਲਾ ਕੇ ਦੂਜ ਦੇ ਚੰਦ ਦੀ ਰੌਸ਼ਨੀ 'ਚ ਖੁੱਲੀ ਹਵਾ 'ਚ ਕੁੱਟਣ। ਇਸ ਅਜੀਬ ਤੇ ਰਹੱਸਮਈ ਰਸਮ ਤੋਂ ਬਾਅਦ ਦੇਵੀ ਦੀ ਪ੍ਰਾਰਥਨਾ ਕਰਦੇ ਸਨ, ਆਪਣਾ ਬਣਾਇਆ ਹੋਇਆ ਕਾੜਾ ਪੀਂਦੇ ਤੇ ਸੌਂ ਜਾਂਦੇ। ਜੇ ਉਹਨਾਂ ਦੀ ਆਸਥਾ ਦ੍ਰਿੜ ਹੁੰਦੀ ਤਾਂ ਉਹਨਾਂ ਨੂੰ ਸੁਪਨਿਆਂ 'ਚ ਦੇਵੀ ਨਜ਼ਰ ਆਉਂਦੀ ਸੀ। ਹਾਲਾਂਕਿ ਇਹ ਰਸਮ ਸਾਨੂੰ ਅਜੀਬ, ਭਾਵੇਂ ਵਿਲੱਖਣ ਵੀ ਲੱਗੇ, ਲੇਕਿਨ ਇਹਦੇ ਬਾਵਜੂਦ ਇਸ 'ਚ ਅਕਸਰ ਰੋਗ ਠੀਕ ਹੋ ਜਾਂਦੇ ਸਨ। ਪ੍ਰਾਚੀਨ ਸਮੇਂ ਦੇ ਲੋਕਾਂ ਨੇ ਅਵਚੇਤਨ ਮਨ ਦੀ ਨਾ ਭਰੋਸੇਯੋਗ ਸ਼ਕਤੀ ਨੂੰ ਵਾਪਰਨ ਦੇ ਕਈ ਕਾਰਗਰ ਤਰੀਕੇ ਲੱਭ ਲਏ ਸਨ, ਜਿਨ੍ਹਾਂ ਨਾਲ ਉਹ ਉਪਚਾਰ ਕਰਦੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਇਹ ਤਰੀਕੇ ਕਾਰਗਰ ਸਨ, ਲੇਕਿਨ ਉਹ ਇਹ ਨਹੀਂ ਸੀ ਜਾਣਦੇ ਕਿ ਉਹ ਕਿਵੇਂ ਤੇ ਕਿਉਂ ਕਾਰਗਰ ਸਨ। ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਚੇਤਨ ਮਨ ਨੂੰ ਜ਼ੋਰਦਾਰ ਸੁਝਾਅ ਦੇ ਕੇ ਉਪਚਾਰ ਕਰ ਰਹੇ ਸਨ। ਧਾਰਮਿਕ ਰੀਤਾਂ, ਕਾੜੀ ਤੇ ਤਵੀਜ਼ ਲੋਕਾਂ ਦੀ ਕਲਪਨਾ ਉੱਤੇ ਡੂੰਘਾ ਅਸਰ ਪਾਉਂਦੇ ਸਨ। ਇਸ ਦੇ ਕਾਰਨ ਉਹਨਾਂ ਦਾ ਅਵਚੇਤਨ ਮਨ ਉਪਚਾਰਕ ਦੇ ਹੱਠੀ ਸੁਝਾਵਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲੈਂਦਾ ਸੀ। ਬਹਰਹਾਲ ਉਪਚਾਰ ਦਾ ਕੰਮ ਮਰੀਜ਼ ਦਾ ਅਵਚੇਤਨ ਮਨ ਹੀ ਕਰਦਾ ਸੀ। ਹਰ ਯੁੱਗ 'ਚ ਇੰਝ ਹੀ ਹੋਇਆ। ਜਿੱਥੇ ਵਾਕਈ ਉਪਚਾਰਕ ਅਸਫਲ ਹੋ ਗਏ ਤੇ ਮਰੀਜ਼ਾਂ ਨੇ ਆਸ ਛੱਡ ਦਿੱਤੀ, ਉੱਥੇ ਗੈਰ ਵਕਾਰੀ ਉਪਚਾਰਕਾਂ ਨੂੰ ਅਲੌਕਿਕ ਸਫਲਤਾ ਮਿਲੀ। ਇਹ ਸੋਚਣ ਤੇ ਮਜਬੂਰ ਕਰਦਾ ਹੈ, ਦੁਨੀਆ ਦੇ ਸਾਰੇ ਹਿੱਸਿਆਂ 'ਚ ਇਹਨਾਂ ਉਪਚਾਰਕਾਂ ਨੇ ਇਹ ਇਲਾਜ ਕਿਵੇਂ ਕੀਤੇ? ਇਹਦਾ ਜਵਾਬ ਬਹੁਤ ਸੌਖਾ ਹੈ। ਇਹ ਉਪਚਾਰ ਇਸ ਲਈ ਹੋਏ ਕਿਉਂਕਿ ਰੋਗੀ ਦੇ ਅੰਧ ਵਿਸ਼ਵਾਸ ਨੇ ਉਹਦੇ ਅਵਚੇਤਨ ਮਨ 'ਚ ਉਪਚਾਰਕ ਸ਼ਕਤੀ ਨੂੰ ਮੁਕਤ ਕਰ ਦਿੱਤਾ। ਉਪਚਾਰਕਾਂ ਦੇ ਇਲਾਜ ਦੇ ਤਰੀਕੇ ਜਿੰਨੇ ਕਲਪਨਾਸ਼ੀਲ ਤੇ ਅਜੀਬ ਹੁੰਦੇ ਸਨ, ਇਸ ਗੱਲ ਦੀ ਉਨੀ ਸੰਭਾਵਨਾ ਹੁੰਦੀ ਸੀ ਕਿ ਰੋਗੀ ਇਹ ਯਕੀਨ ਕਰ ਲਏ ਕਿ ਇੰਨੀ ਅਜੀਬ ਚੀਜ਼ ਨਿਸ਼ਚਿਤ ਤੌਰ ਤੇ ਅਸਾਧਾਰਨ ਤੇ ਸ਼ਕਤੀਸ਼ਾਲੀ ਹੋਏਗੀ। ਉਤੇਜਿਤ ਭਾਵਨਾਤਮਕ ਅਵਸਥਾ ਦੇ ਕਾਰਨ ਉਹਨਾਂ ਲਈ ਚੇਤਨ ਤੇ ਅਵਚੇਤਨ ਮਨ 'ਚ ਸਿਹਤ ਦੇ ਸੁਝਾਅ ਨੂੰ ਸਵੀਕਾਰ ਕਰਨਾ ਸੌਖਾ ਹੋ ਜਾਂਦਾ ਸੀ। ਇਸ ਵਿਸ਼ੇ ਤੇ ਅਸੀਂ ਅਗਲੇ ਅਧਿਆਇ 'ਚ ਹੋਰ ਵਿਸਥਾਰ ਨਾਲ ਗੱਲ ਕਰਾਂਗੇ। ਅਵਚੇਤਨ ਸ਼ਕਤੀਆਂ ਦੇ ਪ੍ਰਯੋਗ ਉੱਤੇ ਬਾਈਬਲ ਦੇ ਪ੍ਰਸੰਗ। ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਪ੍ਰਾਰਥਨਾ ਕਰਦੇ ਸਮੇਂ ਇਹ ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਰਹੀਆਂ ਹਨ ਤੇ ਉਹ ਤੁਹਾਨੂੰ ਮਿਲ ਜਾਏਗੀ। ਇਸ ਵਾਕ ਨੂੰ ਦੁਬਾਰਾ ਪੜ੍ਹੋ ਤੇ ਕਾਲ ਮਤਲਬ ਟੈਂਸ ਦੇ ਫਰਕ ਉੱਤੇ ਗੌਰ ਕਰੋ। ਵਿਸ਼ਵਾਸ ਹੋਰ ਮਿਲ ਰਿਹਾ ਹੈ, ਵਰਤਮਾਨ ਕਾਲ ਵਿੱਚ ਹੈ, ਲੇਕਿਨ ਮਿਲ ਜਾਵੇਗੀ ਸ਼ੈਲ ਹੈਵ ਭਵਿੱਖ ਕਾਲ ਵਿੱਚ ਹੈ। ਪ੍ਰੇਰਿਤ ਲਿਖਾਰੀ ਸਾਨੂੰ ਵਿਆਕਰਨ ਦੇ ਇਸ ਨਿੱਕੇ ਜਿਹੇ ਅੰਤਰ ਤੋਂ ਬਹੁਤ ਹੀ ਮਹੱਤਵਪੂਰਨ ਗੱਲ ਦੱਸ ਰਿਹਾ ਹੈ। ਜੇ ਅਸੀਂ ਇਸ ਤੱਥ ਨੂੰ ਸੱਚ ਮੰਨ ਲੈਂਦੇ ਤੇ ਸਵੀਕਾਰ ਕਰ ਲੈਂਦੇ ਹਾਂ ਕਿ ਸਾਡੀ ਇੱਛਾ ਵਰਤਮਾਨ 'ਚ ਹੀ ਪੂਰੀ ਹੋ ਚੁੱਕੀ ਹੈ ਤਾਂ ਇਹ ਭਵਿੱਖ 'ਚ ਜ਼ਰੂਰ ਪੂਰੀ ਹੋਏਗੀ। ਇਸ ਤਕਨੀਕ ਦੀ ਸਫਲਤਾ ਇਸ ਵਿਸ਼ਵਾਸ 'ਚ ਹੈ ਕਿ ਵਿਚਾਰ ਜਾਂ ਤਸਵੀਰ ਮਨ 'ਚ ਵਾਸਤਵਿਕਤਾ ਦਾ ਰੂਪ ਲੈ ਚੁੱਕੀ ਹੈ।
ਮਸਤਿਸ਼ਕ ਦੇ ਖੇਤਰ 'ਚ ਕਿਸੇ ਚੀਜ਼ ਨੂੰ ਸਾਕਾਰ ਕਰਨ ਲਈ ਇਹਨੂੰ ਸੱਚਮੁੱਚ ਮੌਜੂਦ ਮੰਨਣਾ ਪਏਗਾ। ਇਸ ਡੂੰਘੇ ਸ਼ਬਦ ਵਿਚਾਰ ਦੀ ਰਚਨਾਤਮਕ ਸ਼ਕਤੀ ਦੇ ਪ੍ਰਯੋਗ ਰਾਹੀਂ ਅਵਚੇਤਨ ਉੱਤੇ ਆਪਣੀ ਮਨਭਾਉਂਦੀ ਚੀਜ਼ ਦੀ ਛਾਪ ਛੱਡਣ ਦਾ ਸੰਖੇਪ ਤੇ ਵਿਸ਼ੇਸ਼ ਤਰੀਕਾ ਸੁਝਾਉਂਦੇ ਹਨ। ਤੁਹਾਡਾ ਵਿਚਾਰ, ਯੋਜਨਾ ਜਾਂ ਉਦੇਸ਼ ਆਪਣੇ ਸਤਰ ਉੱਤੇ ਉਨਾ ਹੀ ਵਾਸਤਵਿਕ ਹੈ ਜਿੰਨਾ ਕਿ ਤੁਹਾਡਾ ਹੱਥ ਜਾਂ ਹਿਰਦਾ। ਬਾਈਬਲ ਦੀ ਇਸ ਤਕਨੀਕ ਦਾ ਪਾਲਣ ਕਰਨ ਤੇ ਤੁਸੀਂ ਆਪਣੇ ਮਨ ਤੋਂ ਪ੍ਰਸਥਿਤੀਆਂ, ਸਥਿਤੀਆਂ ਜਾਂ ਕਿਸੇ ਵੀ ਇਹੋ ਜਿਹੀ ਚੀਜ਼ ਦੇ ਸਾਰੇ ਵਿਚਾਰ ਬਿਲਕੁਲ ਖਤਮ ਕਰ ਦਿੰਦੇ ਹੋ ਜਿਸ ਨਾਲ ਨਕਾਰਾਤਮਕ ਨਤੀਜਾ ਮਿਲ ਸਕਦਾ ਹੋਏ। ਤੁਸੀਂ ਆਪਣੇ ਮਨ 'ਚ ਇੱਕ ਬੀਜ ਮਤਲਬ ਸੰਕਲਪ ਬੀਜਦੇ ਹੋ ਜਿਹਨੂੰ ਜੇਕਰ ਤੁਸੀਂ ਜਿਉਂਦਾ ਤਿਉਂ ਛੱਡਦੇ ਹੋ ਤੇ ਹਮੇਸ਼ਾ ਬਾਹਰੀ ਫਲ ਵਿੱਚ ਪੁੰਗਰੇਗਾ। ਈਸਾ ਮਸੀਹ ਜਿਸ ਮਹੱਤਵਪੂਰਨ ਨੀਂਹ ਤੇ ਜ਼ੋਰ ਦਿੰਦੇ ਸੀ ਉਹ ਸੀ ਆਸਥਾ। ਤੁਸੀਂ ਬਾਈਬਲ 'ਚ ਇਹ ਗੱਲ ਬਾਰ-ਬਾਰ ਪੜ੍ਹਦੇ ਹੋ, ਤੁਹਾਡੀ ਆਸਥਾ ਦੇ ਅਨੁਸਾਰ ਤੁਹਾਨੂੰ ਦਿੱਤਾ ਜਾਏਗਾ। ਜੇ ਤੁਸੀਂ ਜ਼ਮੀਨ 'ਚ ਨਿਸ਼ਚਿਤ ਪ੍ਰਕਾਰ ਦੇ ਬੀਜ ਬੀਜਦੇ ਹੋ ਤਾਂ ਤੁਸੀਂ ਆਸਥਾ ਰੱਖੋ ਕਿ ਤੁਹਾਨੂੰ ਉਸੇ ਚੀਜ਼ ਦਾ ਫਲ ਮਿਲੇਗਾ ਜਿਹਦਾ ਬੀਜ ਤੁਸੀਂ ਬੀਜਿਆ ਤੇ ਬੀਜਣ ਦਾ ਤਰੀਕਾ ਹੈ। ਵਿਕਾਸ ਤੇ ਖੇਤੀਬਾੜੀ ਦੇ ਨਿਯਮਾਂ ਮੁਤਾਬਕ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਬੀਜ ਦਾ ਉਹੀ ਫਲ ਮਿਲੇਗਾ। ਬਾਈਬਲ ਵਿੱਚ ਜਿਸ ਆਸਥਾ ਦਾ ਵੇਰਵਾ ਹੈ ਉਹ ਸੋਚਣ ਦਾ ਇੱਕ ਤਰੀਕਾ ਹੈ, ਮਾਨਸਿਕ ਨਜ਼ਰੀਆ, ਆਂਤਰਿਕ ਨਿਸ਼ਚੈ। ਤੁਸੀਂ ਜਾਣਦੇ ਹੋ ਕਿ ਜਿਸ ਵਿਚਾਰ ਨੂੰ ਤੁਸੀਂ ਚੇਤਨ ਮਨ 'ਚ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦੇ ਹੋ ਉਹ ਤੁਹਾਡੇ ਅਵਚੇਤਨ ਮਨ 'ਚ ਸਾਕਾਰ ਤੇ ਪ੍ਰਗਟ ਹੋਏਗਾ। ਆਸਥਾ ਇੱਕ ਤਰ੍ਹਾਂ ਨਾਲ ਉਸ ਨੂੰ ਸੱਚ ਮੰਨਦਾ ਹੈ ਜਿਹਨੂੰ ਤੁਹਾਡੀ ਤਰਕ ਸ਼ਕਤੀ ਤੇ ਇੰਦਰੀਆਂ ਅਸਵੀਕਾਰ ਕਰ ਦਿੰਦੀਆਂ। ਉਹ ਆਪਣੇ ਨਿੱਕੇ ਤਾਰਕਿਕ ਵਿਸ਼ਲੇਸ਼ਣਾਤਮਕ ਚੇਤਨ ਮਨ ਦੀ ਗੱਲ ਸੁਣਨ ਤੋਂ ਇਨਕਾਰ ਕਰਨਾ ਹੈ। ਇਹ ਤਾਂ ਆਪਣੇ ਅਵਚੇਤਨ ਮਨ ਦੀ ਆਂਤਰਿਕ ਸ਼ਕਤੀ ਉੱਤੇ ਪੂਰਾ ਵਿਸ਼ਵਾਸ ਦਾ ਨਜ਼ਰੀਆ ਰੱਖਣਾ ਹੈ। ਇੱਥੇ ਬਾਈਬਲ ਦੀ ਉਪਚਾਰ ਤਕਨੀਕ ਦਾ ਇੱਕ ਬੜਾ ਮਸ਼ਹੂਰ ਉਦਾਹਰਣ ਹੈ। ਅਤੇ ਜਦੋਂ ਉਹ ਘਰ ਆਏ ਤਾਂ ਉਹਨਾਂ ਦੇ ਕੋਲ ਅੰਨੇ ਬੰਦੇ ਆਏ ਤੇ ਈਸਾ ਮਸੀਹ ਨੇ ਉਹਨਾਂ ਤੋਂ ਪੁੱਛਿਆ, ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਕਰਨ ਵਿੱਚ ਸਮਰੱਥ ਹਾਂ? ਉਹਨਾਂ ਨੇ ਕਿਹਾ, ਹਾਂ ਪ੍ਰਭੂ ਜੀ। ਫਿਰ ਉਹਨਾਂ ਨੇ ਉਹਨਾਂ ਅੱਖਾਂ ਨੂੰ ਛੂਹ ਕੇ ਕਿਹਾ, ਤੁਹਾਡੀ ਆਸਥਾ ਦੇ ਅਨੁਰੂਪ ਤੁਹਾਨੂੰ ਮਿਲੇ। ਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਤੇ ਈਸਾ ਮਸੀਹ ਨੇ ਉਹਨਾਂ ਨੂੰ ਸਖਤ ਹਿਦਾਇਤ ਦਿੱਤੀ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਤੁਹਾਡੀ ਆਸਥਾ ਦੇ ਅਨੁਰੂਪ ਹੀ ਤੁਹਾਨੂੰ ਮਿਲੇ। ਇਹ ਕਹਿ ਕੇ ਈਸਾ ਮਸੀਹ ਅੰਨੇ ਵਿਅਕਤੀਆਂ ਦੇ ਅਵਚੇਤਨ ਮਨ ਤੋਂ ਸਹਿਯੋਗ ਮੰਗ ਰਹੇ ਸਨ। ਉਹਨਾਂ ਦੀ ਆਸਥਾ ਉਹਨਾਂ ਸਭ ਤੋਂ ਬੜੀ ਆਸ ਸੀ। ਉਹਨਾਂ ਦੀ ਆਂਤਰਿਕ ਭਾਵਨਾ ਸੀ, ਉਹਨਾਂ ਦੀ ਆਂਤਰਿਕ ਵਿਸ਼ਵਾਸ ਸੀ ਕਿ ਕੋਈ ਚਮਤਕਾਰ ਹੋਏਗਾ ਤੇ ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਮਿਲੇਗਾ ਤੇ ਇੰਝ ਹੀ ਹੋਇਆ। ਇਹ ਉਪਚਾਰ ਦੀ ਸਨਾਤਨ ਤਕਨੀਕ ਹੈ ਜਿਹਦਾ ਪ੍ਰਯੋਗ ਦੁਨੀਆ ਭਰ ਦੇ ਸਾਰੇ ਉਪਚਾਰਕ ਸਮੂਹ ਕਰਦੇ ਹਨ, ਭਾਵੇਂ ਉਹ ਕਿਸੇ ਵੀ ਧਾਰਮਿਕ ਪੰਥ ਦੇ ਹੋਣ। ਇਹ ਗੱਲ ਕਿਸੇ ਨੂੰ ਪਤਾ ਨਹੀਂ ਚੱਲਣੀ ਚਾਹੀਦੀ। ਇਹ ਕਹਿ ਕੇ ਈਸਾ ਮਸੀਹ ਠੀਕ ਹੋਏ ਰੋਗੀਆਂ ਨੂੰ ਪ੍ਰੇਰਿਤ ਕਰ ਰਹੇ ਸਨ ਕਿ ਉਹ ਆਪਣੇ ਉਪਚਾਰ ਦੇ ਬਾਰੇ ਕਿਸੇ ਨੂੰ ਨਾ ਦੱਸਣ। ਜੇਕਰ ਲੋਕਾਂ ਨੂੰ ਦੱਸਦੇ ਤਾਂ ਵਿਸ਼ਵਾਸ ਕਰਨ ਵਾਲੇ ਲੋਕ ਸ਼ੱਕ ਕਰਦੇ, ਅਪਮਾਨਜਨਕ ਆਲੋਚਨਾ ਕਰ ਉਹਨਾਂ ਨੂੰ ਸਤਾਉਂਦੇ। ਇਸ ਨਾਲ ਉਹ ਲਾਹਾ ਵੀ ਘਟ ਸਕਦਾ ਸੀ ਜਿਹੜਾ ਈਸਾ ਮਸੀਹ ਦੇ ਹੱਥਾਂ ਨਾਲ ਉਹਨਾਂ ਨੂੰ ਮਿਲਿਆ ਸੀ, ਕਿਉਂਕਿ ਇਸ ਨਾਲ ਉਹਨਾਂ ਦੇ ਅਵਚੇਤਨ ਮਨ 'ਚ ਡਰ, ਸ਼ੰਕਾ ਤੇ ਤਣਾਅ ਦੇ ਵਿਚਾਰ ਭਰ ਜਾਂਦੇ। ਅਧਿਕਾਰ ਤੇ ਸ਼ਕਤੀ ਦੇ ਨਾਲ ਉਹਨਾਂ ਨੇ ਗੰਦੀਆਂ ਆਤਮਾਵਾਂ ਨੂੰ ਆਦੇਸ਼ ਦਿੱਤਾ ਤੇ ਉਹ ਬਾਹਰ ਆ ਗਈਆਂ। ਜਦੋਂ ਰੋਗੀ ਈਸਾ ਮਸੀਹ ਦੇ ਕੋਲ ਠੀਕ ਹੋਣ ਲਈ ਆਏ ਤਾਂ ਉਹਨਾਂ ਦਾ ਉਪਚਾਰ ਉਹਨਾਂ ਦੀ ਆਸਥਾ ਤੇ ਈਸਾ ਮਸੀਹ ਦੀ ਅਵਚੇਤਨ ਮਨ ਦੀ ਉਪਚਾਰਕ ਸ਼ਕਤੀ ਦੀ ਸਮਝ ਨਾਲ ਹੋ ਗਿਆ। ਈਸਾ ਮਸੀਹ ਨੇ ਜਿਹੜੇ ਵੀ ਆਦੇਸ਼ ਦਿੱਤੇ ਅੰਦਰੋਂ ਉਹਨੂੰ ਸੱਚ ਮੰਨਿਆ। ਉਹ ਹੋਰ ਮਦਦ ਮੰਗ ਰਹੇ ਲੋਕ ਇੱਕੋ ਹੀ ਸਦੀਵੀ ਕਲਪਨਾਵਾਦੀ ਮਸਤਿਸ਼ਕ ਵਿੱਚ ਸਨ। ਈਸਾ ਮਸੀਹ ਦੇ ਅੰਦਰੂਨੀ ਗਿਆਨ ਤੇ ਉਪਚਾਰਕ ਸ਼ਕਤੀ ਦੇ ਵਿਸ਼ਵਾਸ ਨੇ ਰੋਗੀਆਂ ਦੇ ਅਵਚੇਤਨ ਦੇ ਨਕਾਰਾਤਮਕ ਵਿਨਾਸ਼ਕ ਸਰੂਪ ਨੂੰ ਹੀ ਬਦਲ ਦਿੱਤਾ। ਆਂਤਰਿਕ ਬਦਲਾਅ ਤੇ ਨਤੀਜਤਨ ਇਲਾਜ ਆਪਣੇ ਆਪ ਹੀ ਹੋ ਗਿਆ। ਉਹਨਾਂ ਦਾ ਆਦੇਸ਼ ਮਰੀਜ਼ਾਂ ਦੇ ਅਵਚੇਤਨ ਮਨ ਨੂੰ ਕੀਤਾ ਗਿਆ ਨਿਵੇਦਨ ਸੀ। ਨਾਲ ਹੀ ਉਹਨਾਂ ਨੇ ਹੱਕ ਲਈ ਇਸ ਲਈ ਬੋਲਿਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਅਵਚੇਤਨ ਮਨ ਤਾਂ ਹੀ ਪ੍ਰਤੀਕਿਰਿਆ ਕਰੇਗਾ। ਅਵਚੇਤਨ ਮਨ ਦੀ ਪ੍ਰਤੀਕਿਰਿਆ ਦੇ ਬਾਰੇ ਉਹ ਜਾਗਰੂਕ ਸਨ ਤੇ ਉਹਨਾਂ ਨੂੰ ਇਸ ਤੇ ਭਰੋਸਾ ਸੀ। ਦੁਨੀਆ ਦੇ ਵਿਭਿੰਨ ਧਾਰਮਿਕ ਥਾਵਾਂ ਵਿੱਚ ਚਮਤਕਾਰ। ਹਰ ਮਹਾਂਦੀਪ, ਹਰ ਦੇਸ਼ 'ਚ ਇਹੋ ਜਿਹਾ ਧਾਰਮਿਕ ਸਥਾਨ ਹਨ ਜਿੱਥੇ ਰੋਗੀਆਂ ਦਾ ਉਪਚਾਰ ਕੀਤਾ ਜਾਂਦਾ ਹੈ। ਕੁਝ ਸਾਰੀ ਦੁਨੀਆ 'ਚ ਮਸ਼ਹੂਰ ਹਨ, ਬਾਕੀਆਂ ਦਾ ਪਤਾ ਸਿਰਫ ਆਸੇ-ਪਾਸੇ ਦੇ ਲੋਕਾਂ ਨੂੰ ਹੀ ਹੁੰਦਾ ਹੈ, ਭਾਵੇਂ ਉਹ ਮਸ਼ਹੂਰ ਹੋਣ ਜਾਂ ਨਹੀਂ। ਇਹਨਾਂ ਧਾਰਮਿਕ ਥਾਵਾਂ ਤੇ ਜਿਹੜਾ ਉਪਚਾਰ ਹੁੰਦਾ ਹੈ ਉਹ ਚੇਤਨ ਮਨ ਦੀ ਸ਼ਕਤੀ ਨਾਲ ਹੀ ਹੁੰਦਾ ਹੈ। ਮੈਂ ਜਾਪਾਨ ਦੇ ਕਈ ਮਸ਼ਹੂਰ ਥਾਵਾਂ ਦੀ ਯਾਤਰਾ ਕੀਤੀ ਹੈ।
ਡਾਈਬੁਟਸੂ ਦਾ ਧਾਰਮਿਕ ਥਾਂ ਦੁਨੀਆ ਭਰ 'ਚ ਮਸ਼ਹੂਰ ਹੈ। ਇਸ ਦਾ ਮੁੱਖ ਆਕਰਸ਼ਣ ਬੁੱਧ ਦੀ ਕਾਂਸੇ ਦੀ ਵਿਸ਼ਾਲ ਮੂਰਤੀ ਹੈ, ਜਿਹੜੀ ਕਿ 42 ਫੁੱਟ ਉੱਚੀ ਹੈ। ਇਸ ਵਿੱਚ ਬੁੱਧ ਹੱਥ ਬੰਨੇ ਹੋਏ ਬੈਠੇ ਹਨ ਤੇ ਉਹਨਾਂ ਦਾ ਸਿਰ ਡੂੰਘੀ ਚਿੰਤਨ ਦੇ ਆਨੰਦ ਦੀ ਮੁਦਰਾ ਵਿੱਚ ਝੁਕਿਆ ਹੋਇਆ ਹੈ। ਇੱਥੇ ਮੈਂ ਦੇਖਿਆ ਕਿ ਗੱਭਰੂ ਤੇ ਬਿਰਧ ਦੋਵੇਂ ਮੂਰਤੀ ਦੇ ਪੈਰਾਂ 'ਚ ਚੜਾਵਾ ਚੜਾ ਰਹੇ ਸਨ। ਪੈਸੇ, ਫਲ, ਚੌਲ, ਸੰਤਰੇ ਚੜਾਏ ਜਾ ਰਹੇ ਸਨ। ਮੋਮਬੱਤੀਆਂ ਜਗਾਈਆਂ ਜਾ ਰਹੀਆਂ ਸਨ। ਅਗਰਬੱਤੀਆਂ ਤੁਖਾਈਆਂ ਜਾ ਰਹੀਆਂ ਸਨ ਤੇ ਮਨੌਤ ਮੰਗੀ ਜਾ ਰਹੀ ਸੀ। ਮੈਂ ਇੱਕ ਮੁਟਿਆਰ ਕੁੜੀ ਦੀ ਪ੍ਰਾਰਥਨਾ ਸੁਣੀ, ਜਿਨੇ ਹੇਠਾਂ ਝੁੱਕ ਕੇ 2 ਸੰਤਰੇ ਚੜਾ ਦਿੱਤੇ। ਉਹ ਬੁੱਧ ਨੂੰ ਆਪਣੀ ਆਵਾਜ਼ ਮੋੜਨ ਲਈ ਧੰਨਵਾਦ ਦੇ ਰਹੀ ਸੀ। ਉਹਦੀ ਆਵਾਜ਼ ਚਲੀ ਗਈ ਸੀ, ਲੇਕਿਨ ਇਸ ਧਾਰਮਿਕ ਥਾਂ ਤੇ ਆਉਣ ਤੋਂ ਬਾਅਦ ਉਹਦੀ ਆਵਾਜ਼ ਮੁੜ ਕੇ ਆ ਗਈ। ਉਹਦੇ ਮਨ 'ਚ ਆਸਥਾ ਸੀ ਕਿ ਬੁੱਧ ਉਹਦੀ ਆਵਾਜ਼ ਮੋੜ ਦੇਣਗੇ, ਬਸ਼ਰਤੇ ਕਿ ਉਹ ਨਿਸ਼ਚਿਤ ਰੀਤ ਕਰੇ, ਉਪਵਾਸ ਕਰੇ ਤੇ ਚੜਾਵਾ ਚਾੜੇ। ਉਹਦੀ ਆਸ ਤੇ ਵਿਸ਼ਵਾਸ ਪ੍ਰਬਲ ਸਨ। ਨਤੀਜਾ ਇਹ ਹੋਇਆ ਕਿ ਉਹਦਾ ਮਸਤਿਸ਼ਕ ਆਸਥਾ ਦੇ ਬਿੰਦੂ ਤੱਕ ਪੁੱਜ ਗਿਆ। ਉਹਦੇ ਅਵਚੇਤਨ ਮਨ ਨੇ ਉਹਦੇ ਵਿਸ਼ਵਾਸ ਉੱਤੇ ਪ੍ਰਤੀਕਿਰਿਆ ਕਰਦਿਆਂ ਉਹਦੀ ਆਵਾਜ਼ ਨੂੰ ਠੀਕ ਕਰ ਦਿੱਤਾ। ਕਲਪਨਾ ਤੇ ਅੰਨੇ ਵਿਸ਼ਵਾਸ ਦੀ ਸ਼ਕਤੀ ਇੰਨੀ ਪ੍ਰਬਲ ਹੈ ਕਿ ਇਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹਦਾ ਇੱਕ ਅਦਭੁਤ ਉਦਾਹਰਣ ਮੇਰੇ ਇੱਕ ਰਿਸ਼ਤੇਦਾਰ ਦਾ ਹੈ, ਜਿਹੜੇ ਕਿ ਪਰਥ, ਪੱਛਮੀ ਆਸਟ੍ਰੇਲੀਆ 'ਚ ਰਹਿੰਦੇ ਹਨ। ਉਹਨਾਂ ਨੂੰ ਟੀਬੀ ਹੋ ਗਈ ਸੀ ਤੇ ਉਹਨਾਂ ਦੇ ਫੇਫੜੇ ਬੁਰੀ ਤਰ੍ਹਾਂ ਖਰਾਬ ਹੋ ਗਏ ਸਨ। ਉਹਨਾਂ ਦੇ ਪੁੱਤਰ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਨਿਰਣਾ ਕੀਤਾ। ਉਹਨੇ ਆਪਣੇ ਪਿਤਾ ਨੂੰ ਘਰ ਜਾ ਕੇ ਦੱਸਿਆ ਕਿ ਉਹ ਹਾਲ ਹੀ ਵਿੱਚ ਅਜੀਬ ਸ਼ਕਤੀਆਂ ਵਾਲੇ ਇੱਕ ਸੰਨਿਆਸੀ ਨੂੰ ਮਿਲਿਆ ਸੀ। ਇਹ ਸੰਨਿਆਸੀ ਯੂਰਪ ਦੇ ਇੱਕ ਬਹੁਤ ਮਸ਼ਹੂਰ ਉਪਚਾਰਕ ਧਰਮ ਸਥਲ ਦੇ ਕਾਫੀ ਸਮਾਂ ਰਹਿਣ ਤੋਂ ਬਾਅਦ ਪਰਤਿਆ ਸੀ। ਉੱਥੇ ਟਰੂ ਕ੍ਰਾਸ ਦਾ ਇੱਕ ਨਿੱਕੇ ਜਿਹੇ ਟੁਕੜੇ ਨੂੰ ਲਿਆਉਣ 'ਚ ਕਾਮਯਾਬ ਹੋ ਗਿਆ ਸੀ। ਟਰੂ ਕ੍ਰਾਸ, ਜਿਹੜਾ ਕਿ ਮੱਧਯੁਗੀ ਅੰਗੂਠੀ 'ਚ ਜੜਿਆ ਹੋਇਆ ਹੈ, ਇਸ ਅੰਗੂਠੀ ਜਾਂ ਕ੍ਰਾਸ ਦੇ ਟੋਟੇ ਨੂੰ ਛੂਹਣ ਨਾਲ ਸਦੀਆਂ ਤੋਂ ਅਣਗਿਣਤ ਰੋਗੀ ਠੀਕ ਹੁੰਦੇ ਆ ਰਹੇ ਸਨ। ਜਦੋਂ ਪੁੱਤਰ ਨੇ ਇਹ ਸੁਣਿਆ ਤਾਂ ਉਹਨੇ ਸੰਨਿਆਸੀ ਨੂੰ ਆਪਣੇ ਪਿਤਾ ਦੀ ਬਿਮਾਰੀ ਬਾਰੇ ਦੱਸਿਆ ਤੇ ਉਹ ਤੋਂ ਅੰਗੂਠੀ ਉਧਾਰ ਮੰਗੀ। ਸੰਨਿਆਸੀ ਤਿਆਰ ਹੋ ਗਿਆ ਤੇ ਪੁੱਤਰ ਨੇ ਆਪਣੀ ਮਰਜ਼ੀ ਨਾਲ $500 ਦਾ ਸਮਾਨ ਸੰਨਿਆਸੀ ਨੂੰ ਭੇਂਟ ਕਰ ਦਿੱਤਾ। ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਅੰਗੂਠੀ ਦਿਖਾਈ ਤਾਂ ਉਹਨਾਂ ਨੇ ਉਹਦੇ ਹੱਥੋਂ ਅੰਗੂਠੀ ਖੋਹ ਲਈ। ਉਹਨਾਂ ਨੇ ਅੰਗੂਠੀ ਨੂੰ ਆਪਣੇ ਸੀਨੇ ਨਾਲ ਲਾਇਆ, ਮਨ ਹੀ ਮਨ ਪ੍ਰਾਰਥਨਾ ਕੀਤੀ ਤੇ ਸੌਂ ਗਏ। ਸਵੇਰ ਤਾਈਂ ਉਹ ਠੀਕ ਹੋ ਚੁੱਕੇ ਸੀ। ਕਲੀਨਿਕ ਦੀਆਂ ਸਾਰੀਆਂ ਜਾਂਚਾਂ ਦੀ ਰਿਪੋਰਟ ਸੀ ਕਿ ਉਹਨਾਂ ਨੂੰ ਟੀਬੀ ਨਹੀਂ ਹੈ। ਇਸ ਤਰ੍ਹਾਂ ਦੇ ਚਮਤਕਾਰ ਹਰ ਵੇਲੇ ਹੁੰਦੇ ਹਨ। ਇਸ ਚਮਤਕਾਰ ਦੇ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁੱਤਰ ਦੀ ਅਦਭੁਤ ਕਹਾਣੀ ਬਿਲਕੁਲ ਮਨਘੜੰਤ ਸੀ। ਸੱਚ ਤਾਂ ਇਹ ਸੀ ਕਿ ਉਹਨੇ ਫੁੱਟਪਾਥ ਤੋਂ ਲੱਕੜ ਦਾ ਇੱਕ ਆਮ ਟੁਕੜਾ ਚੁੱਕ ਲਿਆ ਸੀ। ਸੁਨਿਆਰੇ ਕੋਲ ਜਾ ਕੇ ਪੁਰਾਣੇ ਜ਼ਮਾਨੇ ਦੀ ਡਿਜ਼ਾਈਨ ਵਾਲੀ ਇੱਕ ਸੋਨੇ ਦੀ ਅੰਗੂਠੀ ਵਿੱਚ ਜੜਵਾ ਲਿਆ ਸੀ। ਫਿਰ ਉਹਨੇ ਆਪਣੇ ਪਿਤਾ ਨੂੰ ਇਹ ਅੰਗੂਠੀ ਦੇ ਦਿੱਤੀ। ਜ਼ਾਹਰ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਫੁੱਟਪਾਥ ਤੋਂ ਚੁੱਕੀ ਗਈ ਉਸ ਲੱਕੜ ਦੇ ਟੋਟੇ ਨਾਲ ਪਿਤਾ ਦਾ ਉਪਚਾਰ ਨਹੀਂ ਹੋਇਆ। ਨਹੀਂ, ਉਪਚਾਰ ਤਾਂ ਪਿਤਾ ਦੀ ਕਲਪਨਾ ਸ਼ਕਤੀ ਕਾਰਨ ਹੋਇਆ, ਜਿਹੜੀ ਕਿ ਪ੍ਰਬਲਤਾ ਨਾਲ ਵੱਧ ਗਈ ਸੀ। ਇਹਦੇ ਨਾਲ ਹੀ ਪੂਰਨ ਉਪਚਾਰ ਦੀ ਵਿਸ਼ਵਾਸ ਭਰੀ ਆਸ ਵੀ ਸੀ। ਕਲਪਨਾ ਸ਼ਕਤੀ ਆਸਥਾ ਜਾਂ ਵਿਅਕਤੀ ਪਰਕ ਭਾਵਨਾ ਦੇ ਨਾਲ ਮਿਲ ਗਈ ਤੇ ਇਹਨਾਂ ਦੋਹਾਂ ਦੇ ਸੁਮੇਲ ਨਾਲ ਉਹਦੇ ਅਵਚੇਤਨ ਮਨ ਦੀ ਸ਼ਕਤੀ ਨੇ ਉਪਚਾਰ ਕਰ ਦਿੱਤਾ। ਪਿਤਾ ਨੂੰ ਕਦੇ ਪਤਾ ਨਹੀਂ ਚੱਲ ਪਾਇਆ ਕਿ ਉਹਨਾਂ ਦੇ ਕੋਲ ਇਹ ਚਾਲ ਚਲੀ ਗਈ ਸੀ। ਜੇਕਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਹੋ ਸਕਦਾ ਸੀ ਉਹਨਾਂ ਨੂੰ ਇਹ ਬਿਮਾਰੀ ਮੁੜ ਹੋ ਜਾਂਦੀ। ਬਹਿਰਹਾਲ ਉਹਨਾਂ ਦੀ ਟੀਬੀ ਕਦੇ ਨਹੀਂ ਮੁੜੀ। ਉਹ ਟੀਬੀ ਤੋਂ ਹਮੇਸ਼ਾ ਲਈ ਮੁਕਤ ਹੋ ਗਏ ਹਨ ਤੇ 15 ਸਾਲ ਬਾਅਦ 99 ਸਾਲ ਦੀ ਉਮਰ ਵਿੱਚ ਹੋਰ ਕਾਰਨਾਂ ਕਰ ਮ੍ਰਿਤੂ ਨੂੰ ਪ੍ਰਾਪਤ ਹੋਏ। ਸਰਵ ਵਿਆਪੀ ਉਪਚਾਰਕ ਸਿਧਾਂਤ ਇੱਕ ਮੰਨਿਆ ਹੋਇਆ ਤੱਥ ਹੈ ਕਿ ਉਪਚਾਰ ਦੀ ਸਾਰੀਆਂ ਪੱਧਤੀਆਂ ਬੜੇ ਹੀ ਹੈਰਾਨੀਕੁੰਨ ਢੰਗ ਨਾਲ ਉਪਚਾਰ ਕਰ ਸਕਦੀਆਂ ਹਨ। ਤੁਸੀਂ ਇੱਕੋ ਹੀ ਨਤੀਜੇ ਤੇ ਪੁੱਜੋਗੇ ਕਿ ਕਿਸੇ ਆਂਤਰਿਕ ਅੰਗ ਤੇ ਪ੍ਰਕਿਰਿਆ ਦੇ ਕਾਰਨ ਹੋਏਗਾ, ਜਿਹੜੀ ਕਿ ਸਾਰਿਆਂ 'ਚ ਇੱਕ ਸਮਾਨ ਹੋਵੇ। ਸੱਚਮੁੱਚ ਇੰਝ ਹੀ ਹੈ। ਉਪਚਾਰ ਦਾ ਅੰਗ ਅਵਚੇਤਨ ਮਨ ਹੈ ਤੇ ਉਪਚਾਰ ਦੀ ਪ੍ਰਕਿਰਿਆ ਆਸਥਾ ਹੈ। ਇਹਨਾਂ ਆਧਾਰਭੂਤ ਸੱਚਾਈਆਂ ਦੇ ਬਾਰੇ ਡੂੰਘਾਈ ਨਾਲ ਸੋਚੋ। ਪਹਿਲਾ, ਤੁਹਾਡੇ ਮਾਨਸਿਕ ਕਾਰਜਾਂ ਦੀ ਵੰਡ ਕਰਕੇ ਇੱਕ ਕਾਰਜ ਚੇਤਨ ਮਨ ਨੂੰ ਤੇ ਦੂਜਾ ਕਾਰਜ ਅਵਚੇਤਨ ਮਨ ਨੂੰ ਸੌਂਪਿਆ ਗਿਆ ਹੈ। ਦੂਸਰਾ, ਤੁਹਾਡਾ ਅਵਚੇਤਨ ਮਨ ਸੁਝਾਅ ਦੀ ਸ਼ਕਤੀ ਦਾ ਹਮੇਸ਼ਾ ਪਾਲਣ ਕਰਦਾ ਹੈ। ਤੀਸਰਾ, ਤੁਹਾਡੇ ਸਰੀਰ ਦੇ ਸਾਰੇ ਕਾਰਜਾਂ, ਸਥਿਤੀਆਂ ਤੇ ਅਨੁਭੂਤੀਆਂ ਤੇ ਤੁਹਾਡੇ ਅਵਚੇਤਨ ਮਨ ਦਾ ਪੂਰਨ ਨਿਯੰਤਰਣ ਹੁੰਦਾ ਹੈ। ਤੁਸੀਂ ਪੱਕੇ ਤੌਰ ਤੇ ਜਾਣਦੇ ਹੋ ਕਿ ਸੁਝਾਅ ਨਾਲ ਸੰਮੋਹਿਤ ਵਿਅਕਤੀਆਂ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਪੈਦਾ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਸੰਮੋਹਿਤ ਅਵਸਥਾ ਵਿੱਚ ਦਿੱਤੇ ਗਏ ਸੁਝਾਅ ਦੀ ਪ੍ਰਕਿਰਤੀ ਦੇ ਅਨੁਸਾਰ
ਵਿਅਕਤੀ ਨੂੰ ਬੁਖਾਰ ਹੋ ਸਕਦਾ ਹੈ, ਉਹਦਾ ਚਿਹਰਾ ਲਾਲ ਹੋ ਸਕਦਾ ਹੈ ਜਾਂ ਉਹਨੂੰ ਸਰਦੀ ਹੋ ਸਕਦੀ ਹੈ। ਤੁਸੀਂ ਵਿਅਕਤੀ ਨੂੰ ਸੁਝਾਅ ਦੇ ਸਕਦੇ ਹੋ ਕਿ ਉਹਨੂੰ ਲਕਵਾ ਮਾਰ ਗਿਆ ਤੇ ਉਹ ਚੱਲ ਨਹੀਂ ਸਕਦਾ, ਤੇ ਇੰਜ ਹੀ ਹੋਏਗਾ। ਤੁਸੀਂ ਸੰਮੋਹਿਤ ਵਿਅਕਤੀ ਦੀ ਨੱਕ ਦੇ ਹੇਠਾਂ ਠੰਡੇ ਪਾਣੀ ਦੀ ਕੱਪ ਰੱਖ ਕੇ ਉਹਨੂੰ ਦੱਸ ਸਕਦੇ ਹੋ, ਇਸ 'ਚ ਨਸਵਾਰ ਭਰੀ ਹੋਈ ਹੈ, ਇਹਨੂੰ ਸੁੰਘੋ। ਉਹ ਬੁਰੀ ਤਰ੍ਹਾਂ ਤੇ ਬਾਰ-ਬਾਰ ਛਿੱਕਣ ਲੱਗੇਗਾ। ਤੁਹਾਨੂੰ ਕੀ ਲੱਗਦਾ ਹੈ ਛਿੱਕ ਕਿਸ ਕਾਰਨ ਆਈ? ਪਾਣੀ ਦੇ ਕਾਰਨ ਜਾਂ ਸੁਝਾਅ ਦੇ ਕਾਰਨ? ਜੇ ਕੋਈ ਤੁਹਾਨੂੰ ਦੱਸਦਾ ਹੈ ਕਿ ਉਹਨੂੰ ਘਾਹ ਨਾਲ ਐਲਰਜੀ ਹੈ ਤਾਂ ਤੁਸੀਂ ਸੰਮੋਹਿਤ ਅਵਸਥਾ ਵਿੱਚ ਉਹਦੇ ਨੱਕ ਦੇ ਸਾਹਮਣੇ ਕੋਈ ਕਾਗਜ਼ ਜਾਂ ਫੁੱਲ ਜਾਂ ਖਾਲੀ ਗਲਾਸ ਰੱਖ ਕੇ ਉਹਨੂੰ ਕਹਿ ਸਕਦੇ ਹੋ ਇਹ ਘਾਹ ਹੈ। ਉਸ ਵਿੱਚ ਐਲਰਜੀ ਦੇ ਆਮ ਲੱਛਣ ਪ੍ਰਗਟ ਹੋ ਜਾਣਗੇ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਰੀਰਕ ਲੱਛਣ ਅਵਚੇਤਨ ਮਨ ਦੇ ਕਾਰਨ ਪੈਦਾ ਹੋਏ ਸੀ। ਇਹਨਾਂ ਲੱਛਣਾਂ ਦਾ ਇਲਾਜ ਵੀ ਅਵਚੇਤਨ ਮਨ 'ਚ ਹੀ ਹੁੰਦਾ ਹੈ। ਵਿਭਿੰਨ ਚਿਕਿਤਸਾ ਪੱਧਤੀਆਂ ਜਿਵੇਂ ਆਸਟੀਓਪੈਥੀ, ਕਾਇਰੋਪ੍ਰੈਕਟਿਸ, ਚੀਕਵਾਂਗ, ਐਕਿਊਪੰਕਚਰ, ਨੈਚੁਰਲਪੈਥੀ ਅਲੌਕਿਕ ਉਪਚਾਰ ਦਾ ਦਾਅਵਾ ਕਰਦੀਆਂ ਹਨ। ਇਹੀ ਦਾਅਵਾ ਦੁਨੀਆ ਭਰ ਦੇ ਵਿਭਿੰਨ ਧਰਮਾਂ ਦੀਆਂ ਰੀਤਾਂ ਤੇ ਕਰਮਕਾਂਡ ਕਰਦੇ ਹਨ। ਇਹ ਸਪਸ਼ਟ ਹੈ ਕਿ ਸਾਰੇ ਉਪਚਾਰ ਅਵਚੇਤਨ ਮਨ ਦੁਆਰਾ ਕੀਤੇ ਜਾਂਦੇ ਹਨ, ਜਿਹੜਾ ਇਕਲੌਤਾ ਉਪਚਾਰਕ ਹੈ। ਧਿਆਨ ਦਿਓ, ਅਵਚੇਤਨ ਮਨ ਤੁਹਾਡੀ ਅੰਗੁਲ ਦੇ ਘਾਹ ਨੂੰ ਕਿਵੇਂ ਭਰਦਾ ਹੈ। ਇਹ ਜਾਣਦਾ ਹੈ ਕਿ ਇਹਨੂੰ ਕਿਵੇਂ ਕਰਨਾ ਹੈ। ਡਾਕਟਰ ਘਾਹ ਤੋਂ ਪੱਟੀ ਬੰਨ ਕੇ ਕਹਿੰਦਾ ਹੈ, ਘਾਹ ਤੇ ਪੱਟੀ ਬੰਨ ਕੇ ਕਹਿੰਦਾ ਹੈ ਪ੍ਰਕਿਰਤੀ ਇਹਨੂੰ ਠੀਕ ਕਰ ਦੇਗੀ, ਲੇਕਿਨ ਪ੍ਰਕਿਰਤੀ 'ਚ ਕੁਝ ਨਹੀਂ ਬਲਕਿ ਪ੍ਰਾਕਿਰਤਿਕ ਨਿਯਮ ਦਾ ਦੂਜਾ ਨਾਂ ਹੈ, ਜਿਹੜਾ ਅਵਚੇਤਨ ਮਨ ਦਾ ਨਿਯਮ ਹੈ। ਆਤਮ ਰੱਖਿਆ ਦੀ ਸਹਿਜ ਭਾਵਨਾ ਪ੍ਰਕਿਰਤੀ ਦਾ ਪਹਿਲਾ ਨਿਯਮ ਹੈ ਤੇ ਆਤਮ ਰੱਖਿਆ ਅਵਚੇਤਨ ਮਨ ਦਾ ਸਭ ਤੋਂ ਪ੍ਰਮੁੱਖ ਕੰਮ ਹੈ। ਤੁਹਾਡੀ ਸਭ ਤੋਂ ਪ੍ਰਬਲ ਸਹਿਜ ਭਾਵਨਾ ਸਭ ਤੇ ਜ਼ੋਰਦਾਰ ਆਤਮ ਸੁਝਾਅ ਹੈ। ਅਗਲਾ ਹੈ ਮੁਕਤ ਵੱਖਰੇ ਸਿਧਾਂਤ। ਵਿਭਿੰਨ ਧਾਰਮਿਕ ਪੰਥ ਤੇ ਪ੍ਰਾਰਥਨਾ ਉਪਚਾਰ ਸਮੂਹਾਂ ਨੇ ਉਪਚਾਰ ਦੇ ਕਈ ਵੱਖਰੇ ਵੱਖਰੇ ਸਿਧਾਂਤ ਦਿੱਤੇ ਹਨ। ਬੜੇ ਸਾਰੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦਾ ਸਿਧਾਂਤ ਹੀ ਸਹੀ ਹੈ, ਕਿਉਂਕਿ ਉਹਨਾਂ ਦੇ ਤਰੀਕਿਆਂ ਦੇ ਚੰਗੇ ਨਤੀਜੇ ਮਿਲਦੇ ਹਨ। ਜਿਵੇਂ ਅਸੀਂ ਇਸ ਅਧਿਆਇ 'ਚ ਪੜ੍ਹ ਚੁੱਕੇ ਹਾਂ, ਇਹ ਸਹੀ ਨਹੀਂ ਹੋ ਸਕਦਾ। ਜਿਵੇਂ ਤੁਸੀਂ ਜਾਣਦੇ ਹੋ, ਉਪਚਾਰ ਦੇ ਬਹੁਤ ਸਾਰੇ ਤਰੀਕੇ ਹੈ। ਫਰੈਜ਼ ਐਂਟਨ ਮੈਸਮਰ 1734 ਤੋਂ 1815 ਤੱਕ ਇੱਕ ਆਸਟਰੀਅਨ ਚਿਕਿਤਸਕ ਸਨ, ਜਿਹੜੇ ਕਿ ਪੈਰਿਸ 'ਚ ਇਲਾਜ ਕਰਦੇ ਸਨ। ਉਹਨਾਂ ਨੇ ਪਾਇਆ ਕਿ ਉਹ ਬਿਮਾਰ ਦੇ ਸਰੀਰ ਉੱਤੇ ਚੁੰਬਕ ਲਾ ਕੇ ਉਹਨੂੰ ਚਮਤਕਾਰੀ ਤਰੀਕੇ ਨਾਲ ਠੀਕ ਕਰ ਸਕਦੇ ਹਨ। ਉਹਨਾਂ ਨੇ ਕੱਚ ਉੱਤੇ ਕਈ ਧਾਤਾਂ ਦੇ ਟੁਕੜਿਆਂ ਨਾਲ ਵੀ ਇਲਾਜ ਕਰਕੇ ਦਿਖਾਇਆ। ਬਾਅਦ 'ਚ ਉਹਨਾਂ ਨੇ ਇਹਨਾਂ ਸਾਰੀਆਂ ਅਵਸਥਾਵਾਂ ਦਾ ਪ੍ਰਯੋਗ ਛੱਡ ਦਿੱਤਾ ਤੇ ਰੋਗੀ ਦੇ ਸਰੀਰ ਤੇ ਹੱਥ ਫੇਰ ਕੇ ਇਲਾਜ ਕਰਨ ਲੱਗ ਪਏ। ਉਹਨਾਂ ਦਾ ਦਾਅਵਾ ਸੀ ਕਿ ਉਹਨਾਂ ਦੇ ਉਪਚਾਰ ਦਾ ਅਸਲ ਸਰੋਤ ਪ੍ਰਾਣੀ ਚੁੰਬਕਤਾ ਐਨੀਮਲ ਮੈਗਨੇਟਿਜ਼ਮ ਸੀ। ਉਹਨਾਂ ਦਾ ਸਿਧਾਂਤ ਸੀ ਕਿ ਉਪਚਾਰਕ ਦੇ ਹੱਥ ਤੋਂ ਰਹੱਸਮਈ ਚੁੰਬਕੀ ਊਰਜਾ ਪ੍ਰਵਾਹਿਤ ਹੋ ਕੇ ਰੋਗੀ ਦੇ ਸਰੀਰ 'ਚ ਪੁੱਜ ਜਾਂਦੀ ਹੈ। ਮੈਸਮਰ ਨੇ ਉਪਚਾਰ ਦੇ ਇਸ ਤਰੀਕੇ ਨੂੰ ਮੈਸਮਰਿਜ਼ਮ ਨਾਂ ਦਿੱਤਾ। ਅੱਜ ਅਸੀਂ ਇਹਨੂੰ ਸੰਮੋਹਨ ਦੇ ਨਾਂ ਨਾਲ ਵੀ ਜਾਣਦੇ ਹਾਂ। ਮੈਸਮਰ ਦੀ ਸਫਲਤਾ ਤੋਂ ਈਰਖਾ ਕਰਨ ਵਾਲੇ ਦੂਜੇ ਡਾਕਟਰਾਂ ਦਾ ਦਾਅਵਾ ਸੀ ਕਿ ਸਿਰਫ ਸੁਝਾਅ ਦੇ ਕੇ ਹੀ ਉਹਨਾਂ ਨੇ ਆਪਣੇ ਸਾਰੇ ਉਪਚਾਰ ਕੀਤੇ ਸਨ। ਬਹਰਹਾਲ ਜਦੋਂ ਦਬਾ ਦੇ ਕੇ ਪੁੱਛਿਆ ਗਿਆ ਤਾਂ ਡਾਕਟਰਾਂ ਨੂੰ ਮੰਨਣਾ ਪਿਆ ਕਿ ਉਹ ਇਹ ਨਹੀਂ ਜਾਣਦੇ ਸੀ ਕਿ ਸੁਝਾਅ ਦੀ ਸ਼ਕਤੀ ਤੋਂ ਇੰਨੇ ਅਦਭੁਤ ਨਤੀਜੇ ਕਿਵੇਂ ਮਿਲੇ। ਇਸ ਸਾਰੇ ਸਮੂਹ ਮਨੋਵਿਗਿਆਨੀ, ਮਨੋਚਿਕਿਤਸਕ, ਆਸਟੀਓਪੈਥਸ, ਕਾਇਰੋਪ੍ਰੈਕਟਰਸ, ਉਪਚਾਰਕ ਤੇ ਹਰ ਤਰ੍ਹਾਂ ਦੇ ਧਾਰਮਿਕ ਸਮੂਹ ਇੱਕੋ ਹੀ ਸਦੀਵੀ ਸਿਧਾਂਤ ਦਾ ਪ੍ਰਯੋਗ ਕਰ ਰਹੇ ਹਨ, ਜਿਹੜੇ ਅਵਚੇਤਨ ਮਨ 'ਚ ਮੌਜੂਦ ਹੈ। ਹਰ ਵਿਅਕਤੀ ਇਹ ਦਾਅਵਾ ਕਰ ਸਕਦਾ ਹੈ ਕਿ ਉਪਚਾਰ ਉਹਨਾਂ ਦੇ ਸਿਧਾਂਤ ਕਾਰਨ ਹੋਇਆ, ਲੇਕਿਨ ਉਹ ਸੱਚਾਈ ਤੋਂ ਕੋਹਾਂ ਦੂਰ ਹਨ। ਸਾਰੀਆਂ ਤਰ੍ਹਾਂ ਦੇ ਉਪਚਾਰ ਦੀ ਪ੍ਰਕਿਰਿਆ ਦਾ ਇੱਕ ਨਿਸ਼ਚਿਤ ਸਕਾਰਾਤਮਕ ਮਾਨਸਿਕ ਨਜ਼ਰੀਆ ਹੈ। ਇਹ ਅੰਦਰੂਨੀ ਨਜ਼ਰੀਆ ਜਾਂ ਸੋਚਣ ਦਾ ਤਰੀਕਾ ਹੈ, ਜਿਹਨੂੰ ਆਸਥਾ ਕਿਹਾ ਜਾਂਦਾ ਹੈ। ਉਪਚਾਰ ਵਿਸ਼ਵਾਸਪੂਰਨ ਆਸ ਦੇ ਕਾਰਨ ਹੀ ਹੁੰਦਾ ਹੈ, ਜਿਹੜਾ ਅਵਚੇਤਨ ਮਨ ਨੂੰ ਵਿਲੱਖਣ ਸੁਝਾਅ ਦਿੰਦਾ ਹੈ। ਇਸ ਨਾਲ ਹੀ ਉਪਚਾਰਕ ਸ਼ਕਤੀ ਮੁਕਤ ਹੁੰਦੀ ਹੈ। ਇੱਕ ਵਿਅਕਤੀ ਜਿਸ ਤਰੀਕੇ ਨਾਲ ਠੀਕ ਹੁੰਦਾ ਹੈ, ਦੂਜਾ ਵੀ ਉਸੇ ਤਰੀਕੇ ਨਾਲ ਠੀਕ ਹੁੰਦਾ ਹੈ। ਹਾਂ, ਇਹ ਹੋ ਸਕਦਾ ਹੈ ਕਿ ਦੋਨਾਂ ਦੇ ਸਿਧਾਂਤ ਜਾਂ ਤਰੀਕੇ ਭਿੰਨ ਹੋਣ, ਲੇਕਿਨ ਉਪਚਾਰ ਦੀ ਪ੍ਰਕਿਰਿਆ ਇੱਕ ਹੀ ਹੈ। ਇਹ ਹੈ ਵਿਸ਼ਵਾਸ। ਸਿਰਫ ਇੱਕ ਹੀ ਉਪਚਾਰਕ ਸ਼ਕਤੀ ਹੈ, ਤੁਹਾਡਾ ਅਵਚੇਤਨ ਮਨ। ਤੁਸੀਂ ਆਪਣੇ ਮਨਪਸੰਦ ਸਿਧਾਂਤ, ਵਿਸ਼ਵਾਸ ਤੇ ਤਰੀਕਾ ਚੁਣ ਲਓ।
ਤੁਸੀਂ ਵਿਸ਼ਵਾਸ ਰੱਖੋ। ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਨਤੀਜਾ ਅਵਸ਼ ਮਿਲੇਗਾ। ਪੈਰਾਸੈਲਸੁਸ ਦੇ ਵਿਚਾਰ। ਫਿਲਿਪ ਪੈਰਾਸੈਲਸੁਸ 1493 ਤੋਂ 1541 ਵਿੱਚ ਇੱਕ ਮਸ਼ਹੂਰ ਸਵਿਸ ਅਲਕੈਮਿਸਟ, ਕੀਮਿਆਗਰ ਤੇ ਚਿਕਿਤਸਕ ਸਨ। ਉਹ ਆਪਣੇ ਜ਼ਮਾਨੇ ਦੇ ਮਸ਼ਹੂਰ ਉਪਚਾਰਕ ਸਨ। ਉਹਨਾਂ ਨੇ ਇੱਕ ਗੱਲ ਕਹੀ ਸੀ ਜਿਹੜੀ ਅੱਜ ਵਿਗਿਆਨਕ ਤੌਰ ਤੇ ਪ੍ਰਮਾਣਿਤ ਤੱਥ ਹੈ। ਤੁਹਾਡੀ ਆਸਥਾ ਦੀ ਵਸਤੂ ਸੱਚੀ ਹੋਵੇ ਜਾਂ ਝੂਠੀ, ਤੁਹਾਨੂੰ ਨਤੀਜਾ ਸਮਾਨ ਹੀ ਮਿਲੇਗਾ। ਜੇ ਮੈਂ ਸੇਂਟ ਪੀਟਰ ਦੀ ਮੂਰਤ ਉੱਤੇ ਵਿਸ਼ਵਾਸ ਕਰਦਾ ਜਿੰਨਾ ਕਿ ਆਪ ਸੇਂਟ ਪੀਟਰ 'ਚ ਕਰਦਾ, ਤਾਂ ਮੈਨੂੰ ਉਹੀ ਨਤੀਜੇ ਮਿਲਣਗੇ ਜਿਹੜਾ ਮੈਨੂੰ ਸੇਂਟ ਪੀਟਰ ਤੋਂ ਮਿਲਦੇ। ਇਹ ਅੰਧ ਵਿਸ਼ਵਾਸ ਹੈ। ਬਹਰਹਾਲ ਆਸਥਾ ਚਮਤਕਾਰ ਕਰਦੀ ਹੈ ਤੇ ਆਸਥਾ ਸੱਚੀ ਹੋਵੇ ਜਾਂ ਝੂਠੀ, ਇਹ ਹਮੇਸ਼ਾ ਉਹੀ ਚਮਤਕਾਰ ਕਰੇਗੀ। ਪੈਰਾਸੈਲਸੁਸ ਦੇ ਵਿਚਾਰਾਂ ਨੂੰ 16ਵੀਂ ਸਦੀ 'ਚ ਇਤਾਲਵੀ ਦਾਰਸ਼ਨਿਕ ਪੀਏਤਰੋ ਪਾਮਪਿਓਨਜ਼ੀ ਨੇ ਦੁਹਰਾਇਆ। ਉਹਨਾਂ ਨੇ ਲਿਖਿਆ ਸੀ, ਅਸੀਂ ਆਸਾਨੀ ਨਾਲ ਉਹਨਾਂ ਅਦਭੁਤ ਪ੍ਰਸਥਿਤੀਆਂ ਦੀ ਕਲਪਨਾ ਕਰ ਸਕਦੇ ਹਾਂ ਜਿਹੜੀ ਆਤਮ ਵਿਸ਼ਵਾਸ ਦੀ ਕਲਪਨਾ ਤੋਂ ਉਤਪੰਨ ਹੋ ਸਕਦੀ ਹੈ, ਖਾਸ ਕਰਕੇ ਜਦੋਂ ਦੋਵੇਂ ਚੀਜ਼ਾਂ ਰੋਗੀ ਤੇ ਉਹਨੂੰ ਪ੍ਰਭਾਵਿਤ ਕਰਨ ਵਾਲੇ ਦੇ ਵਿਚਕਾਰ ਪ੍ਰਵਾਹਿਤ ਹੋਣ। ਨਿਸ਼ਚਿਤ ਸਮ੍ਰਿਤੀ ਚਿੰਨ੍ਹਾਂ ਦੇ ਪ੍ਰਭਾਵ ਨਾਲ ਹੋਣ ਵਾਲੇ ਉਪਚਾਰ ਉਹਨਾਂ ਦੀ ਕਲਪਨਾ ਤੇ ਆਤਮ ਵਿਸ਼ਵਾਸ ਦੇ ਪ੍ਰਭਾਵ ਹਨ। ਨੀਮ ਹਕੀਮ ਤੇ ਦਾਰਸ਼ਨਿਕ ਜਾਣਦੇ ਹਨ, ਜੇ ਕਿਸੇ ਸੰਤ ਦੀ ਅਸਥੀਆਂ ਦੀ ਥਾਂ ਕਿਸੇ ਆਮ ਇਨਸਾਨ ਦੀਆਂ ਅਸਥੀਆਂ ਨੂੰ ਰੱਖ ਦਿੱਤਾ ਜਾਵੇ ਤਾਂ ਵੀ ਬਿਮਾਰਾਂ ਨੂੰ ਉਨੇ ਹੀ ਲਾਹੇਵੰਦ ਨਤੀਜੇ ਮਿਲਣਗੇ, ਬਸ਼ਰਤੇ ਉਹਨਾਂ ਨੂੰ ਯਕੀਨ ਹੋਵੇ ਕਿ ਸੱਚੇ ਸਮ੍ਰਿਤੀ ਚਿੰਨ੍ਹ ਹਨ। ਜ਼ਰਾ ਸੋਚੋ, ਇਹਦਾ ਕੀ ਮਤਲਬ ਹੈ? ਜੇ ਤੁਸੀਂ ਸੰਤ ਦੀਆਂ ਅਸਥੀਆਂ ਦੀ ਸ਼ਕਤੀ ਜਾਂ ਕਿਸੇ ਥਾਂ ਤੇ ਪਾਣੀ ਦੇ ਉਪਚਾਰਕ ਗੁਣਾਂ ਜਾਂ ਮੇਰੇ ਆਸਟ੍ਰੇਲੀਅਨ ਰਿਸ਼ਤੇਦਾਰ ਵਾਂਗ ਲੱਕੜ ਦੇ ਟੁਕੜੇ ਦੇ ਚਮਤਕਾਰੀ ਨਤੀਜੇ 'ਚ ਯਕੀਨ ਕਰਦੇ ਹੋ ਤਾਂ ਤੁਹਾਨੂੰ ਨਤੀਜੇ ਜ਼ਰੂਰ ਮਿਲਣਗੇ, ਕਿਉਂਕਿ ਤੁਹਾਡੇ ਅਵਚੇਤਨ ਮਨ ਨੂੰ ਸੁਝਾਅ ਦਿੱਤਾ ਗਿਆ। ਆਖਰ ਉਪਚਾਰ ਤਾਂ ਅਵਚੇਤਨ ਮਨ ਹੀ ਕਰਦਾ ਹੈ ਨਾ। ਬੈਰਨਹੀਮ ਦੇ ਪ੍ਰਯੋਗ। ਹਿਪੋਲਾਈਟ ਬੈਰਨਹੀਮ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਫਰਾਂਸ ਦੇ ਨੈਂਸੀ 'ਚ ਪ੍ਰੋਫੈਸਰ ਆਫ ਮੈਡੀਸਨ ਸਨ। ਉਹ ਉਹਨਾਂ ਆਰੰਭਕ ਲੋਕਾਂ 'ਚੋਂ ਸਨ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਚਿਕਿਤਸਕ ਦੁਆਰਾ ਰੋਗੀ ਨੂੰ ਦਿੱਤੇ ਗਏ ਸੁਝਾਅ ਅਵਚੇਤਨ ਮਨ ਦੀ ਸ਼ਕਤੀ ਦੇ ਕਾਰਨ ਨਤੀਜੇ ਦਿੰਦੇ ਹਨ। ਬੈਰਨਹੀਮ ਨੇ ਇੱਕ ਆਦਮੀ ਦੀ ਕਹਾਣੀ ਦੱਸੀ ਜਿਹਦੀ ਜ਼ੁਬਾਨ ਨੂੰ ਲਕਵਾ ਮਾਰ ਗਿਆ ਸੀ। ਹਰ ਤਰ੍ਹਾਂ ਦਾ ਇਲਾਜ ਕੀਤਾ ਲੇਕਿਨ ਕੋਈ ਫਾਇਦਾ ਨਾ ਹੋਇਆ। ਫਿਰ ਇੱਕ ਦਿਨ ਉਸ ਆਦਮੀ ਦੇ ਡਾਕਟਰ ਨੇ ਉਹਨੂੰ ਦੱਸਿਆ ਕਿ ਉਸ ਨੂੰ ਇੱਕ ਨਵਾਂ ਯੰਤਰ ਮਿਲ ਗਿਆ ਜਿਹੜੀ ਉਹਦੀ ਸਮੱਸਿਆ ਨੂੰ ਬਿਲਕੁਲ ਠੀਕ ਕਰ ਦੇਗਾ। ਇਸ ਤੋਂ ਬਾਅਦ ਡਾਕਟਰ ਨੇ ਉਹਦੇ ਮੂੰਹ 'ਚ ਇੱਕ ਜੈਬੀ ਥਰਮਾਮੀਟਰ ਲਾ ਦਿੱਤਾ। ਮਰੀਜ਼ ਨੂੰ ਲੱਗਿਆ ਇਹੀ ਉਹ ਯੰਤਰ ਹੈ ਜਿਹੜਾ ਉਹਨੂੰ ਠੀਕ ਕਰ ਦੇਗਾ। ਕੁਝ ਹੀ ਪਲਾਂ 'ਚ ਉਹ ਖੁਸ਼ੀ ਨਾਲ ਚੀਕਣ ਲੱਗਿਆ ਕਿ ਹੁਣ ਉਹ ਫਿਰ ਤੋਂ ਆਪਣੀ ਜ਼ੁਬਾਨ ਘੁਮਾ ਸਕਦਾ ਹੈ। ਬੈਰਨਹੀਮ ਅੱਗੇ ਕਹਿੰਦੇ ਆ ਕਿ ਸਾਡੇ ਪ੍ਰਕਰਨਾਂ 'ਚ ਇਸੇ ਤਰ੍ਹਾਂ ਦੇ ਕੁਝ ਤੱਥ ਮਿਲਣਗੇ। ਇੱਕ ਮੁਟਿਆਰ ਮੇਰੇ ਆਫਿਸ ਵਿੱਚ ਆਈ। 4 ਹਫ਼ਤਿਆਂ ਤੋਂ ਉਹਦੀ ਆਵਾਜ਼ ਪੂਰੀ ਤਰ੍ਹਾਂ ਚਲੀ ਗਈ ਸੀ। ਜਾਂਚ ਪੜਤਾਲ ਤੋਂ ਬਾਅਦ ਮੈਂ ਆਪਣੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਈ ਵਾਰ ਬੋਲਣ ਦੀ ਸਮਰੱਥਾ ਬਿਜਲੀ ਦੇ ਪ੍ਰਯੋਗ ਨਾਲ ਤਤਕਾਲ ਮੁੜ ਆਉਂਦੀ ਹੈ, ਕਿਉਂਕਿ ਇਸ ਨਾਲ ਸੁਝਾਅ ਦਿੱਤਾ ਜਾ ਸਕਦਾ ਹੈ। ਮੈਂ ਆਪਣਾ ਇੰਡਕਸ਼ਨ ਐਪਰੇਟਸ ਬੁਲਵਾਇਆ। ਮੈਂ ਉਹਦੇ ਸਵਰ ਯੰਤਰ ਨੂੰ ਥੋੜਾ ਜਿਹਾ ਹਿਲਾਇਆ ਤੇ ਕਿਹਾ, ਹੁਣ ਤੁਸੀਂ ਬੋਲ ਸਕਦੇ ਹੋ। ਇੱਕ ਹੀ ਪਲ 'ਚ ਮੈਂ ਉਸ ਤੋਂ ਏ ਬੁਲਵਾ ਲਿਆ, ਫਿਰ ਬੀ ਤੇ ਫਿਰ ਮਾਰੀਆ। ਉਹ ਸਪਸ਼ਟਤਾ ਨਾਲ ਬੋਲਦੀ ਰਹੀ। ਉਹਦੀ ਆਵਾਜ਼ ਦੁਬਾਰਾ ਆ ਗਈ। ਇੱਥੇ ਬੈਰਨਹੀਮ ਆਸਥਾ ਦੀ ਸ਼ਕਤੀ ਤੇ ਰੋਗੀ ਦੀ ਆਸ ਬਾਰੇ ਦੱਸਿਆ ਗਿਆ, ਜਿਸ ਨੇ ਅਵਚੇਤਨ ਮਨ ਨੂੰ ਅਕਟਵਾਂ ਸੁਝਾਅ ਦਿੱਤਾ। ਸੁਝਾਅ ਨਾਲ ਫਫੋਲੇ ਉਤਪੰਨ ਕਰਨਾ। ਬੈਰਨਹੀਮ ਦੱਸਦੇ ਆ ਕਿ ਉਹਨਾਂ ਨੇ ਇੱਕ ਮਰੀਜ਼ ਦੀ ਪਿੱਠ ਉੱਤੇ ਡਾਕ ਟਿਕਟ ਚਪਕਾ ਕੇ ਉਹਨੂੰ ਸੁਝਾਅ ਦਿੱਤਾ ਕਿ ਉਹਦੀ ਪਿੱਠ ਉੱਤੇ ਫਫੋਲਾ ਹੋ ਗਿਆ। ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਤਸਦੀਕ ਦੁਨੀਆ ਦੇ ਕਈ ਹਿੱਸਿਆਂ 'ਚ ਅਨੇਕਾਂ ਡਾਕਟਰਾਂ ਦੇ ਪ੍ਰਯੋਗਾਂ ਤੇ ਅਨੁਭਵਾਂ ਨਾਲ ਹੋਈ ਹੈ। ਸਬੂਤਾਂ ਨੂੰ ਦੇਖਦਿਆਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਮੂੰਹ ਜ਼ਬਾਨੀ ਸੁਝਾਅ ਦੇ ਕੇ ਰੋਗੀਆਂ ਦੇ ਸਰੀਰਕ ਢਾਂਚੇ 'ਚ ਬਦਲਾਅ ਕੀਤੇ ਜਾ ਸਕਦੇ ਆ। ਲਹੂ ਨਿਕਲਣ ਦਾ ਕਾਰਨ। ਸੁਝਾਅ ਨਾਲ ਲਹੂ ਵੀ ਕਢਵਾਇਆ ਜਾ ਸਕਦਾ ਹੈ। ਇਹਨੂੰ ਪ੍ਰਦਰਸ਼ਿਤ ਕਰਦੇ ਹੋਏ ਡਾਕਟਰ ਐਮ ਬੂਰੂ ਨੇ ਇੱਕ ਵਿਅਕਤੀ ਨੂੰ ਸੰਬੋਧ ਕਰਕੇ ਉਹਨੂੰ ਇਹ ਸੁਝਾਅ ਦਿੱਤਾ, ਅੱਜ ਦੁਪਹਿਰ 4 ਵਜੇ ਤੂੰ ਮੇਰੇ ਆਫਿਸ ਆਓਗੇ, ਇਸ ਕੁਰਸੀ ਉੱਤੇ ਬੈਠੋਗੇ ਤੇ ਸੀਨੇ ਤੇ ਹੱਥ ਬੰਨ੍ਹ ਲਓਗੇ। ਇਸ ਤੋਂ ਬਾਅਦ ਤੁਹਾਡੀ ਨੱਕ ਤੋਂ ਲਹੂ ਵਗਣ ਲੱਗੇਗਾ। ਦੁਪਹਿਰ ਨੂੰ ਉਸ ਨੌਜਵਾਨ ਨੇ ਠੀਕ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਹਨੂੰ ਸੁਝਾਅ ਦਿੱਤਾ ਗਿਆ ਸੀ। ਜਦੋਂ ਉਹਨੇ ਆਪਣੇ ਹੱਥ ਬੰਨ੍ਹ ਲਏ ਤਾਂ ਉਹਦੇ ਖੱਬੇ ਪਾਸੇ ਦੀ ਨੱਕ ਤੋਂ ਲਹੂ ਦੀਆਂ ਕੁਝ ਬੂੰਦਾਂ ਵਗਣ ਲੱਗੀਆਂ।
ਇਹ ਹੋਰ ਮੌਕੇ ਤੇ ਬੂਰੂ ਨੇ ਇੱਕ ਹੋਰ ਮੌਕੇ ਤੇ ਬੂਰੂ ਨੇ ਇੱਕ ਰੋਗੀ ਨੂੰ ਸੰਮੋਹਿਤ ਕਰਕੇ ਉਹਦਾ ਨਾਂ ਉਹਦੀ ਬਾਂਹ ਤੇ ਇੱਕ ਔਜ਼ਾਰ ਦੀ ਭੌਂਥਰੀ ਨੋਕ ਨਾਲ ਲਿਖ ਦਿੱਤਾ। ਫਿਰ ਬੂਰੂ ਨੇ ਕਿਹਾ, ਅੱਜ ਦੁਪਹਿਰ 4 ਵਜੇ ਤੂੰ ਸੌਂ ਜਾਏਂਗਾ। ਮੇਰੀਆਂ ਖਿੱਚੀਆਂ ਹੋਈਆਂ ਲਕੀਰਾਂ ਤੇ ਤੁਹਾਡੇ ਹੱਥੋਂ ਲਹੂ ਨਿਕਲੇਗਾ, ਜਿਸ ਨਾਲ ਤੁਹਾਡਾ ਨਾਂ ਹੱਥ ਵਿੱਚ ਉੱਭਰ ਆਏਗਾ। ਉਸ ਦੁਪਹਿਰ ਰੋਗੀ ਤੇ ਨਜ਼ਰ ਰੱਖੀ ਗਈ। 4 ਵਜੇ ਉਹ ਸੌਂ ਗਿਆ। ਉਹਦੀ ਖੱਬੀ ਬਾਂਹ ਤੇ ਅੱਖਰ ਚਮਕਣ ਲੱਗੇ। ਕਈ ਥਾਵਾਂ ਤੋਂ ਲਹੂ ਦੇ ਤੁਪਕੇ ਵੀ ਦਿਖਣ ਲੱਗੇ। ਭਾਵੇਂ ਅੱਖਰ ਹੌਲੀ-ਹੌਲੀ ਮਿਟ ਗਏ, ਲੇਕਿਨ 3 ਮਹੀਨੇ ਬਾਅਦ ਵੀ ਉਹ ਧੁੰਦਲੇ ਦੇਖ ਰਹੇ ਸਨ। ਇਹ ਤੱਥ ਪਹਿਲਾਂ ਦੱਸੀ ਗਈਆਂ 2 ਮੁੱਢਲੀਆਂ ਮਾਨਤਾਵਾਂ ਨੂੰ ਸਹੀ ਸਾਬਤ ਕਰਦੇ ਆ। ਅਵਚੇਤਨ ਮਨ ਹਮੇਸ਼ਾ ਸੁਝਾਅ ਦੀ ਸ਼ਕਤੀ ਦਾ ਪਾਲਣ ਕਰਦਾ ਹੈ ਤੇ ਸਰੀਰ ਦੇ ਕਾਰਜਾਂ, ਅਨੁਭੂਤੀਆਂ ਤੇ ਸਥਿਤੀਆਂ ਉੱਤੇ ਪੂਰਾ ਕਾਬੂ ਰੱਖਦਾ ਹੈ। ਪਹਿਲਾਂ ਦੱਸੇ ਹੋਏ ਸਾਰੇ ਉਦਾਹਰਣ ਦੱਸਦੇ ਹਨ ਕਿ ਨਾਟਕੀ ਤਰੀਕਿਆਂ ਨਾਲ ਦਿੱਤੇ ਗਏ ਸੁਝਾਅ ਬਹੁਤ ਅਸਾਧਾਰਨ ਸਥਿਤੀਆਂ ਨੂੰ ਪ੍ਰੇਰਿਤ ਕਰਦੇ ਹਨ। ਇਸ ਗੱਲ ਦਾ ਸਬੂਤ ਹੈ ਕਿ ਵਿਅਕਤੀ ਆਪਣੇ ਦਿਲ ਮਤਲਬ ਅਵਚੇਤਨ ਮਨ 'ਚ ਜਿਵੇਂ ਦਾ ਸੋਚਦਾ ਉਹ ਤਿਵੇਂ ਦਾ ਹੀ ਬਣ ਜਾਂਦਾ ਹੈ। ਯਾਦ ਰੱਖਣ ਲਾਇਕ ਵਿਚਾਰ। ਪਹਿਲਾ, ਆਪਣੇ ਆਪ ਨੂੰ ਬਾਰ-ਬਾਰ ਯਾਦ ਕਰਾਓ ਕਿ ਉਪਚਾਰਕ ਸ਼ਕਤੀ ਤੁਹਾਡੇ ਅਵਚੇਤਨ ਮਨ ਵਿੱਚ ਹੈ। ਦੂਸਰਾ, ਜਾਣ ਲਓ ਕਿ ਆਸਥਾ ਜ਼ਮੀਨ 'ਚ ਬੀਜੇ ਗਏ ਬੀਜ ਵਾਂਗ ਹੈ। ਇਹ ਆਪਣੀ ਤਰ੍ਹਾਂ ਦਾ ਫਲ ਦਿੰਦੀ ਹੈ। ਆਪਣੇ ਮਨ 'ਚ ਵਿਚਾਰ ਦਾ ਬੀਜ ਲਓ, ਇਸ ਆਸਥਾ ਪਾਣੀ ਤੇ ਖਾਦ ਦਿਓ, ਇਹ ਵਾਸਤਵਿਕਤਾ 'ਚ ਬਦਲ ਜਾਏਗਾ। ਤੀਸਰਾ, ਕਿਸੇ ਪੁਸਤਕ, ਨਵੀਂ ਕਾਢ ਜਾਂ ਨਾਟਕ ਦਾ ਵਿਚਾਰ ਤੁਹਾਡੇ ਮਸਤਿਸ਼ਕ ਵਿੱਚ ਹਕੀਕਤ ਹੈ। ਇਸ ਲਈ ਤੁਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਇਸ ਵੇਲੇ ਤੁਹਾਡੇ ਕੋਲ ਹੈ। ਆਪਣੇ ਵਿਚਾਰ, ਯੋਜਨਾ ਜਾਂ ਕਾਢ ਦੀ ਵਾਸਤਵਿਕਤਾ ਉੱਤੇ ਯਕੀਨ ਕਰੋ। ਜਦੋਂ ਤੁਸੀਂ ਇੰਜ ਕਰੋਗੇ ਤਾਂ ਇਹ ਪ੍ਰਗਟ ਹੋ ਜਾਏਗਾ। ਚੌਥਾ, ਕਿਸੇ ਹੋਰ ਲਈ ਪ੍ਰਾਰਥਨਾ ਕਰਨ ਵੇਲੇ ਜਾਣ ਲਓ ਕਿ ਪੂਰਨਤਾ, ਸੁੰਦਰਤਾ ਤੇ ਆਦਰਸ਼ ਦਾ ਤੁਹਾਡਾ ਆਂਤਰਿਕ ਗਿਆਨ ਕਿਸੇ ਦੂਜੇ ਦੇ ਅਵਚੇਤਨ ਮਨ ਦੇ ਨਕਾਰਾਤਮਕ ਸਰੂਪ ਨੂੰ ਬਦਲ ਸਕਦਾ ਹੈ ਤੇ ਅਦਭੁਤ ਨਤੀਜੇ ਵੀ ਦੇ ਸਕਦਾ ਹੈ। ਪੰਜਵਾਂ, ਤੁਸੀਂ ਵਿਭਿੰਨ ਧਰਮ ਸਥਾਨਾਂ ਉੱਤੇ ਜਿਨ੍ਹਾਂ ਚਮਤਕਾਰੀ ਉਪਚਾਰਾਂ ਬਾਰੇ ਸੁਣਦੇ ਹੋ, ਉਹ ਕਲਪਨਾ ਸ਼ਕਤੀ ਤੇ ਅੰਨੀ ਆਸਥਾ ਦੇ ਕਾਰਨ ਹੁੰਦੇ ਹਨ, ਜਿਹੜੇ ਕਿ ਅਵਚੇਤਨ ਮਨ ਉੱਤੇ ਕਾਰਜ ਕਰਕੇ ਉਪਚਾਰਕ ਸ਼ਕਤੀ ਨੂੰ ਮੁਕਤ ਕਰਦੀ ਹੈ। ਛੇਵਾਂ, ਸਾਰੇ ਰੋਗ ਮਸਤਿਸ਼ਕ ਪੈਦਾ ਹੁੰਦੇ ਹੈ। ਕੋਈ ਵੀ ਚੀਜ਼ ਉੱਤੇ ਉਦੋਂ ਤੱਕ ਪ੍ਰਗਟ ਨਹੀਂ ਹੁੰਦੀ ਜਦੋਂ ਤੱਕ ਉਹਦੇ ਅਨੁਰੂਪ ਮਾਨਸਿਕ ਸੰਰਚਨਾ ਨਾ ਹੋਵੇ। ਸੱਤਵਾਂ, ਸਮੋਹਨ ਦੇ ਸੁਝਾਅ ਨਾਲ ਤਕਰੀਬਨ ਹਰ ਰੋਗ ਦੇ ਲੱਛਣ ਉਤਪੰਨ ਕੀਤੇ ਜਾ ਸਕਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਵਿਚਾਰ ਕਿੰਨੇ ਸ਼ਕਤੀਸ਼ਾਲੀ ਹਨ। ਅੱਠਵਾਂ, ਉਪਚਾਰ ਦੀ ਸਿਰਫ ਇੱਕੋ ਹੀ ਪ੍ਰਕਿਰਿਆ ਹੈ ਤੇ ਉਹ ਹੈ ਆਸਥਾ। ਸਿਰਫ ਇੱਕੋ ਹੀ ਉਪਚਾਰਕ ਸ਼ਕਤੀ ਹੈ ਤੇ ਉਹ ਹੈ ਤੁਹਾਡਾ ਅਵਚੇਤਨ ਮਨ। ਨੌਵਾਂ, ਭਾਵੇਂ ਤੁਹਾਡੀ ਆਸਥਾ ਦੀ ਵਸਤੂ ਸੱਚੀ ਹੋਵੇ ਜਾਂ ਝੂਠੀ, ਤੁਹਾਨੂੰ ਨਤੀਜੇ ਮਿਲਣਗੇ। ਤੁਹਾਡਾ ਅਵਚੇਤਨ ਮਨ ਤੁਹਾਡੇ ਮਸਤਿਸ਼ਕ ਦੇ ਵਿਚਾਰ ਉੱਤੇ ਪ੍ਰਤੀਕਿਰਿਆ ਕਰਦਾ ਹੈ। ਆਸਥਾ ਨੂੰ ਆਪਣੇ ਮਸਤਿਸ਼ਕ ਦੇ ਵਿਚਾਰਕ ਰੂਪ 'ਚ ਦੇਖੋ। ਇੰਨਾ ਹੀ ਕਾਫੀ ਹੈ। ਧੰਨਵਾਦ।